Hello students, I am going to start with the new chapter that is a foreign exchange rate. First thing, what is a foreign exchange? Foreign exchange, it is when we are exchanging the currency of domestic currency with any other country, that is known as a foreign exchange. ਲਾਈਕ ਅਸੀਂ ਕਿਸੇ ਹੋਰ ਕੰਟਰੀ ਦੇ ਨਾਲ ਆਪਣੀ ਕਰੰਸੀ ਨੂੰ ਚੇਂਜ ਕਰਦੇ ਹਾਂ, ਜਿਵੇਂ US ਡਾਲਰ ਦੇ ਨਾਲ ਆਪਣੀ ਕਰੰਸੀ ਨੂੰ ਚੇਂਜ ਕੀਤਾ, ਦੈਟ ਇਜ਼ ਨੋਨ ਐਜ਼ ਅ ਫੋਰਨ ਐਕਸਚੇਂਜ। ਤਾਂ ਸਾਡੇ ਲਈ ਅਦਰ ਕੰਟਰੀ ਦੀ ਕਰੰਸੀ ਉਹਨੂੰ ਅਸੀਂ ਫੋਰਨ ਐਕਸਚੇਂਜ ਬੋਲਦੇ ਹਾਂ। ਲਾਈਕ US ਡਾਲਰ ਹੋ ਗਏ, ਦਿਨਾਰਸ ਹੋ ਗਏ, ਸਾਡੇ ਕੋਲ ਕੈਨੇਡੀਅਨ ਡਾਲਰਸ, ਦੈਨ ਥੀਜ਼ ਆਰ ਨੋਨ ਐਜ਼ ਦ ਫੋਰਨ ਕਰੰਸੀਜ਼। ਜਨਰਲੀ ਕੀ ਹੁੰਦਾ ਹੈ ਕਿ ਇੱਕ ਕੰਟਰੀ ਦੀ ਕਰੰਸੀ ਨੂੰ ਦੂਸਰੀ ਕੰਟਰੀ ਦੇ ਵਿੱਚ ਐਕਸੈਪਟ ਨਹੀਂ ਕੀਤਾ ਜਾਂਦਾ। ਇਫ ਯੂ ਆਰ ਮੂਵਿੰਗ ਟੂ ਦ ਕੈਨੇਡਾ then you will exchange the currency, that is a foreign exchange। ਤਾਂ ਤੁਸੀਂ ਕੈਨੇਡੀਅਨ ਡਾਲਰਸ ਲੈ ਕੇ ਜਾਓਗੇ ਤੁਹਾਡਾ ਉੱਥੇ, ਬਿਕੋਜ਼ ਯੂ ਆਰ ਯੂਜ਼ਿੰਗ ਕੈਨੇਡੀਅਨ ਡਾਲਰਸ ਓਵਰ ਦਿਓ, ਤਾਂ ਤੁਸੀਂ ਉੱਥੇ ਜਾ ਕੇ ਰੁਪੀਜ਼ ਯੂਜ਼ ਨਹੀਂ ਕਰ ਸਕਦੇ। ਤਾਂ ਜਿਸ ਲਾਈਕ ਅਗਰ ਕੈਨੇਡੀਅਨਸ ਇੱਧਰ ਆ ਰਹੇ ਆ ਦੈਨ ਦੇ ਕੈਨ ਐਕਸਚੇਂਜ ਦਾ ਕਰੰਸੀ, ਬਿਕੋਜ਼ ਅਗਰ ਜਨਰਲ ਸਟੋਰਸ ਦੇ ਉੱਤੇ ਜਾਂਦੇ ਜਾਂ ਕਿਤੇ ਵੀ ਅਸੀਂ ਹੋ ਜਾਂਦੇ ਹਾਂ ਤਾਂ ਅਸੀਂ ਉੱਥੇ ਆਪਣੀ ਕਰੰਸੀ ਹੀ ਪੇ ਕਰਦੇ ਹਾਂ, ਅਸੀਂ ਫੋਰਨ ਕਰੰਸੀ ਨੂੰ ਐਕਸੈਪਟ ਹੀ ਨਹੀਂ ਕਰਦੇ। ਦੈਨ because chapter is a foreign exchange rate, then what is a foreign exchange rate? This is a rate at which one currency is exchanged for the other। ਲਾਈਕ ਜਿਸ ਰੇਟ ਦੇ ਉੱਤੇ ਅਸੀਂ ਆਪਣੀ ਕਰੰਸੀ ਨੂੰ ਦੂਸਰੀ ਕਰੰਸੀ ਦੇ ਨਾਲ ਚੇਂਜ ਕਰਦੇ ਹਾਂ, ਬਿਕੋਜ਼ ਅਸੀਂ ਕਹਿੰਦੇ ਫੋਰਨ ਕਰੰਸੀਜ਼ ਕੁਛ ਵੀ ਹੋ ਗਈਆਂ, ਜਿਸ ਰੇਟ ਦੇ ਉੱਤੇ ਅਸੀਂ ਫੋਰਨ ਕਰੰਸੀ ਨੂੰ ਚੇਂਜ ਕਰ ਰਹੇ ਹਾਂ ਦੈਟ ਇਜ਼ ਨੋਨ ਐਜ਼ ਅ ਫੋਰਨ ਐਕਸਚੇਂਜ ਰੇਟ। ਲਾਈਕ ਹੇਅਰ ਦੇ ਹੈਵ ਟੇਕਨ ਦ ਐਗਜ਼ਾਮਪਲ, $1 ਨੂੰ ਅਸੀਂ 70 ਰੁਪੀਜ਼ ਦਾ ਬਾਈ ਕਰਦੇ ਹਾਂ, ਤਾਂ ਸਾਡੇ ਕੋਲ ਡਾਲਰ ਦੀ ਪ੍ਰਾਈਸ ਕਿੰਨੀ ਹੋਗੀ 70, ਤਾਂ ਸਾਡੇ ਕੋਲ ਦਿਸ ਇਜ਼ 70 ਰੁਪੀਜ਼। ਤਾਂ ਇੱਕ ਫੋਰਨ ਐਕਸਚੇਂਜ ਰੇਟ ਹੋ ਗਿਆ ਜਿਸ ਰੇਟ ਦੇ ਉੱਤੇ ਅਸੀਂ ਆਪਣੀ ਕਰੰਸੀ ਨੂੰ ਦੂਸਰੀ ਕਰੰਸੀ ਦੇ ਵਿੱਚ ਚੇਂਜ ਕਰ ਰਹੇ ਹਾਂ। ਨੈਕਸਟ, ਆਈ ਐਮ ਨੋਟ ਸਟਾਰਟਿੰਗ ਫਰੋਮ ਦ 11.2, ਦਿਸ ਇਜ਼ page number 11.4। here we are having types of the foreign exchange rates। foreign exchange rate is of 3 types। first is fixed exchange rate system, this is also known as a pegged exchange rate system, this is also known as a pegged exchange rate system। next is the flexible exchange rate system, this is also known as a floating exchange rate system, and this is also known as a free exchange rate system। then managed floating exchange rate। simply words ਦੇ ਵਿੱਚ ਅਗਰ ਮੈਨੂੰ ਦੱਸਾਂ ਤਾਂ ਸਾਡੇ ਕੋਲੇ ਕੀ ਆਉਂਦਾ ਹੈ, ਫਿਕਸਡ ਐਕਸਚੇਂਜ ਰੇਟ ਸਿਸਟਮ ਜਿੱਥੇ ਗਵਰਨਮੈਂਟ ਪ੍ਰਾਈਸਿਸ ਨੂੰ ਫਿਕਸ ਕਰ ਲੈਂਦੀ ਹੈ। ਫਲੈਕਸੀਬਲ ਐਕਸਚੇਂਜ ਰੇਟ ਸਿਸਟਮ when prices are fixed by the market forces, that is demand and supply। and managed floating exchange rate system, this is a system at where prices are determined by the market forces but RBI ਉਹਦੇ ਵਿੱਚ ਉਹਨਾਂ ਨੂੰ ਕੰਟਰੋਲ ਕਰਕੇ ਚੱਲਦੀ ਹੈ। now move to the first point, that is a ਫਿਕਸਡ ਐਕਸਚੇਂਜ ਰੇਟ ਸਿਸਟਮ। ਫਿਕਸਡ ਐਕਸਚੇਂਜ ਰੇਟ ਸਿਸਟਮ ਸਾਡੇ ਕੋਲ ਉਹ ਐਕਸਚੇਂਜ ਰੇਟ ਸਿਸਟਮ ਹੈ ਜਿੱਥੇ ਗਵਰਨਮੈਂਟ ਇੰਟਰਵੀਨ ਕਰਦੀ ਹੈ, ਤਾਂ ਪ੍ਰੋਸੈਸ ਆਫ ਐਕਸਚੇਂਜ ਰੇਟ ਗਵਰਨਮੈਂਟ ਹੀ ਉਸ ਚੀਜ਼ ਨੂੰ ਡਿਟਰਮਿਨ ਕਰਦੀ ਹੈ। ਦਿਸ ਇਜ਼ ਫਿਕਸਡ ਬਾਈ ਦ ਗਵਰਨਮੈਂਟ। ਬੇਸਿਕ ਪਰਪਸ ਸਾਡੇ ਕੋਲ ਕੀ ਆਉਂਦਾ ਹੈ, ਹੇਅਰ ਦੇ ਹੈਵ ਗਿਵਨ ਸਮ ਇੰਪੋਰਟੈਂਟ ਪੁਆਇੰਟਸ। ਫਸਟ, ਇਟ ਇਨਸ਼ੋਰਸ ਦ ਸਟੇਬਿਲਿਟੀ ਇਨ ਦ ਫੋਰਨ ਐਕਸਚੇਂਜ। ਸਾਡੇ ਕੋਲ ਫੋਰਨ ਟ੍ਰੇਡ ਦੇ ਵਿੱਚ ਕੈਪੀਟਲ ਮੂਵਮੈਂਟਸ ਈਜ਼ੀਲੀ ਹੋ ਸਕਦੀਆਂ। ਅਗਰ ਕੋਈ ਫੋਰਨ ਇਨਵੈਸਟਮੈਂਟ ਲੈ ਕੇ ਆਉਂਦਾ ਤਾਂ ਉਹਦੇ ਵਿੱਚ ਉਹਨਾਂ ਕੋਲ ਸਟੇਬਿਲਿਟੀ ਹੋਏਗੀ, ਬਿਕੋਜ਼ ਦੇ ਨੋ ਕਿ ਸਾਡੇ ਕੋਲ ਪ੍ਰਾਈਸਿਸ ਦੇ ਵਿੱਚ ਜ਼ਿਆਦਾ ਚੇਂਜਸ ਨਹੀਂ ਹੋਣਗੀਆਂ ਕਰੰਸੀ ਦੀ ਪ੍ਰਾਈਸਿਸ ਦੇ ਵਿੱਚ। ਬਿਫੋਰ 1990s NEP ਤੋਂ ਪਹਿਲਾਂ, ਨਿਊ ਇਕਨੋਮਿਕ ਪੋਲਿਸੀ ਤੋਂ ਪਹਿਲਾਂ ਅਸੀਂ ਇਸ ਚੀਜ਼ ਨੂੰ ਯੂਜ਼ ਕਰਦੇ ਸੀਗੇ, ਬਟ ਆਫਟਰ ਦੈਟ ਵੀ ਆਰ ਨੋਟ ਯੂਜ਼ਿੰਗ ਦਿਸ। ਤਾਂ ਹੁਣ ਇਹ ਸਾਡੇ ਕੋਲ ਇਸ ਟਾਈਮ ਅਸੀਂ ਇਹਨੂੰ ਯੂਜ਼ ਨਹੀਂ ਕਰਦੇ। ਨੈਕਸਟ ਇਜ਼ ਸਟੇਬਿਲਿਟੀ ਨੂੰ ਅਚੀਵ ਕਰਨ ਦੇ ਲਈ ਗਵਰਨਮੈਂਟ ਨੂੰ ਫੋਰਨ ਕਰੰਸੀ ਦੇ ਰਿਜ਼ਰਵਸ ਆਪਣੇ ਕੋਲ ਮੇਨਟੇਨ ਕਰਨੇ ਪੈਂਦੇ। ਅਗਰ ਸਾਨੂੰ ਲੱਗਦਾ ਹੈ ਕਿ ਸਾਡੇ ਕੋਲ ਕਿਸੇ ਵੀ ਚੀਜ਼ ਦੀ ਵੈਲਿਊ ਸਟਰੋਂਗ ਹੋ ਰਹੀ ਹੈ ਤਾਂ ਸਾਨੂੰ ਉਹਨੂੰ ਘੱਟ ਰੱਖਣਾ ਪਏਗਾ। ਅਗਰ ਇੰਡੀਅਨ ਕਰੰਸੀ ਲੱਗਦਾ ਹੈ ਕਿ ਸਟਰੋਂਗ ਹੋ ਰਹੀ ਹੈ ਤਾਂ ਅਸੀਂ ਘੱਟ ਰੱਖਦੇ ਹਾਂ, ਤਾਂ ਉਹਨੂੰ ਰਿਲੀਜ਼ ਕਰ ਦਿੱਤਾ ਜਾਂਦਾ ਹੈ। ਅਗਰ ਸਾਨੂੰ ਲੱਗਦਾ ਹੈ ਕਿ ਸਾਡੀ ਕਰੰਸੀ ਦੀ ਜਿਹੜੀ ਵੈਲਿਊ ਹੈ ਜਾਂ ਸਾਡਾ ਕਰੰਸੀ ਦਾ ਰੇਟ ਹੈ ਜਿਹੜਾ ਉਹ ਵੀਕ ਹੋ ਰਿਹਾ ਹੈ ਤਾਂ ਅਸੀਂ ਉਸ ਟਾਈਮ ਦੇ ਉੱਤੇ ਸੇਲ ਬਾਏ ਕਰਦੇ। ਠੀਕ ਹੈ, ਵੀ ਆਰ ਬਾਇੰਗ ਦਾ ਫੋਰਨ ਕਰੰਸੀ ਜਦੋਂ ਸਾਨੂੰ ਲੱਗਦਾ ਹੈ ਕਿ ਸਾਡਾ ਜਿਹੜਾ ਰੇਟ ਹੈ ਉਹ ਵੀਕ ਹੋ ਰਿਹਾ, ਮੀਨਸ ਹੁਣ ਸਾਡੇ ਪ੍ਰਾਈਸਿਸ ਘੱਟ ਰਹੇ ਹੈਗੇ, ਤਾਂ ਉਸ ਟਾਈਮ ਦੇ ਉੱਤੇ ਸਾਨੂੰ ਜ਼ਿਆਦਾ ਰਿਜ਼ਰਵਸ ਮੇਨਟੇਨ ਕਰਨੇ ਪੈਣਗੇ। ਅਗਰ ਸਾਨੂੰ ਲੱਗਦਾ ਹੈ ਕਿ ਸਾਡੇ ਪ੍ਰਾਈਸਿਸ ਵੱਧ ਰਹੇ ਹੈਗੇ ਤਾਂ ਸਾਨੂੰ ਘੱਟ ਰਿਜ਼ਰਵਸ ਮੇਨਟੇਨ ਕਰਨੇ ਪੈਣਗੇ, ਤਾਂ ਅਸੀਂ ਉਸ ਟਾਈਮ ਦੇ ਉੱਤੇ ਫੋਰਨ ਕਰੰਸੀ ਨੂੰ ਸੇਲ ਕਰਦੇ ਹਾਂ। ਗਵਰਨਮੈਂਟ ਅਲੱਗ-ਅਲੱਗ ਕੰਟਰੀਜ਼ ਦੇ ਨਾਲ ਜਿਸ ਰੇਟ ਦੇ ਉੱਤੇ ਫਿਕਸ ਹੋਇਆ ਉਸ ਤਰੀਕੇ ਦੇ ਨਾਲ ਉਹਨਾਂ ਦੇ ਰਿਜ਼ਰਵਸ ਨੂੰ ਮੇਨਟੇਨ ਕਰਕੇ ਚੱਲਦੀ ਹੈ।
ਇਹਦੇ ਲਈ ਸਾਡੇ ਕੋਲ ਕੁਛ ਸਟੈਂਡਰਡ ਯੂਨਿਟਸ ਹੁੰਦੇ ਆ ਜਿਨ੍ਹਾਂ ਨੂੰ ਅਸੀਂ ਐਕਸਟਰਨਲ ਸਟੈਂਡਰਡਸ ਬੋਲਦੇ ਹਾਂ। ਐਕਸਟਰਨਲ ਸਟੈਂਡਰਡਸ ਕੈਨ ਵੀ 골ਡ, ਸਿਲਵਰ ਜਾਂ ਕੋਈ ਹੋਰ ਪ੍ਰੀਸ਼ੀਅਸ ਆਈਟਮਸ ਹੋ ਸਕਦੇ, ਈਵਨ ਦੋ ਕਿਸੇ ਹੋਰ ਕੰਟਰੀ ਦੀ ਕਰੰਸੀ ਵੀ ਹੋ ਸਕਦੀ ਹੈ। ਇਫ ਵੀ ਆਰ ਐਕਸਚੇਂਜਿੰਗ ਦ ਡੋਮੈਸਟਿਕ ਕਰੰਸੀ ਵਿਦ ਅਨਦਰ ਕਰੰਸੀ, ਕਰੰਸੀ ਨੂੰ ਕਰੰਸੀ ਦੇ ਨਾਲ ਟਾਈ ਕਰਕੇ ਚੱਲਦੇ ਆਂਗੇ, ਦੈਨ ਦਿਸ ਇਜ਼ ਨੋਨ ਐਜ਼ ਦ ਪੈਗਿੰਗ, ਇਹਨੂੰ ਅਸੀਂ ਪੈਗਿੰਗ ਬੋਲਦੇ ਹਾਂ। ਐਂਡ ਅਗਰ ਅਸੀਂ ਟਰਮ ਆਫ 골ਡ ਜਾਂ ਫਿਰ ਅਸੀਂ ਪ੍ਰੀਸ਼ੀਅਸ ਆਈਟਮਸ ਦੀ ਟਰਮ ਦੇ ਵਿੱਚ ਅਸੀਂ ਅਗਰ ਇਹਨੂੰ ਕਰਦੇ ਹਾਂ, ਦੈਨ ਦਿਸ ਇਜ਼ ਨੋਨ ਐਜ਼ ਦ ਪੈਰਿਟੀ ਵੈਲਿਊ। there is a difference between the pegging and the parity value. Pegging means when we are tying the one currency with another currency, ਠੀਕ ਹੈ, ਅਸੀਂ ਆਪਣੀ ਡੋਮੈਸਟਿਕ ਕਰੰਸੀ ਨੂੰ ਕਿਸੇ ਹੋਰ ਕਰੰਸੀ ਦੇ ਨਾਲ ਟਾਈ ਕਰਕੇ ਚੱਲਦੇ ਹਾਂ, ਦੈਟ ਇਜ਼ ਨੋਨ ਐਜ਼ ਅ ਪੈਗਿੰਗ ਸਿਸਟਮ। ਅਗਰ ਅਸੀਂ 골ਡ ਦੀ ਟਰਮ ਦੇ ਵਿੱਚ ਕਰਦੇ ਹਾਂ ਦੈਨ ਕਰੰਸੀ ਦੀ ਵੈਲਿਊ ਨੂੰ ਅਸੀਂ ਕੀ ਬੋਲਦੇ ਹਾਂ, ਪੈਰਿਟੀ ਵੈਲਿਊ। ਅਰਲੀਅਰ ਵੀ ਵਰ ਹੈਵਿੰਗ 골ਡ ਸਟੈਂਡਰਡਸ ਐਂਡ ਦੈਨ ਸਾਡੇ ਕੋਲ ਨਵਾਂ ਆਇਆ ਬ੍ਰੈਟਨ ਵੁਡਸ ਸਟੈਂਡਰਡਸ। ਲਾਈਕ ਜਿਵੇਂ ਅਸੀਂ ਮਨੀ ਦੇ ਵਿੱਚ ਡਿਸਕਸ ਕੀਤਾ ਹੈ ਕਿ ਬਿਫੋਰ ਦ ਐਗਜ਼ਿਸਟੈਂਸ ਆਫ ਦ ਮਨੀ ਅਸੀਂ ਬਾਰਟਰ ਸਿਸਟਮ ਉਹ ਕਰਦੇ ਸੀਗੇ। ਹੇਅਰ ਆਲਸੋ ਇਟਸ ਕਾਈਂਡ ਆਫ ਦ ਬਾਰਟਰ ਸਿਸਟਮ, ਬਟ 골ਡ ਸਟੈਂਡਰਡਸ ਹੁੰਦੇ ਸੀਗੇ ਕਿ ਅਸੀਂ 골ਡ ਦੀ ਟਰਮ ਦੇ ਵਿੱਚ ਕਿਸੇ ਵੀ ਕੰਟਰੀ ਦੀ ਪ੍ਰਾਈਸਿਸ ਨੂੰ ਡਿਟਰਮਿਨ ਕਰਦੇ ਸੀ। ਹੁਣ 골ਡ ਦੀ ਟਰਮ ਦੇ ਵਿੱਚ ਅਸੀਂ ਕਿਸ ਤਰੀਕੇ ਦੇ ਨਾਲ ਕਰ ਸਕਦੇ ਹਾਂ, ਲਾਈਕ ਇਫ ਵੀ ਆਰ ਹੈਵਿੰਗ ਦ ਵੈਲਿਊ ਆਫ 골ਡ ਇਨ ਆਰ ਕਰੰਸੀ ਇਕੁਅਲਸ ਟੂ 50,000 ਐਂਡ ਕੈਨੇਡਾ ਦੇ ਵਿੱਚ ਸਾਡੇ ਕੋਲ ਉਹਦੀ ਵੈਲਿਊ ਆਉਂਦੀ ਹੈ 2000। ਹੇਅਰ ਇਟ ਇਜ਼ ਰੁਪੀਸ ਐਂਡ ਹੇਅਰ ਵੀ ਆਰ ਹੈਵਿੰਗ ਕੈਨੇਡੀਅਨ ਡਾਲਰਸ। ਤਾਂ ਸਾਡੇ ਕੋਲ ਅਸੀਂ ਇਹਨੂੰ ਕੀ ਕਰਾਂਗੇ, ਡਿਵਾਈਡ ਕਰ ਦਾਂਗੇ ਸੋ ਦੈਟ ਵੀ ਕੈਨ ਫਾਈਂਡ ਦ ਵੈਲਿਊ ਆਫ ਆਰ ਕਰੰਸੀ ਕਿ ਸਾਨੂੰ ਉਹਨਾਂ ਨੂੰ ਕਿੰਨੇ ਦੇ ਵਿੱਚ ਅਸੀਂ ਐਕਸਚੇਂਜ ਕਰਦੇ ਹਾਂ। ਇਫ ਵੀ ਆਰ ਡੂਇੰਗ ਤਾਂ ਸਾਡੇ ਕੋਲ 25 ਰੁਪਏ ਇਕੁਅਲਸ ਟੂ $1 ਆ ਜਾਏਗਾ, ਬਿਕੋਜ਼ ਅਸੀਂ ਡਾਲਰਸ ਦੇ ਨਾਲ ਡਿਵਾਈਡ ਕਰ ਰਹੇ ਹਾਂ ਤਾਂ ਸਾਡੇ ਕੋਲ ਇਹ ਵਾਲੀ ਨਿਕਲੇਗੀ। ਅਗਰ ਅਸੀਂ ਡਾਲਰਸ ਨੂੰ ਇਹਦੇ ਨਾਲ ਡਿਵਾਈਡ ਕਰਦੇ ਤਾਂ 1 ਰੁਪਏ ਦੀ ਵੈਲਿਊ ਨਿਕਲ ਆਉਂਦੀ। ਨਾਓ 1 ਕੈਨੇਡੀਅਨ ਡਾਲਰ ਇਜ਼ ਇਕੁਅਲਸ ਟੂ ₹25। ਦਿਸ ਇਜ਼ ਦ 골ਡ ਸਟੈਂਡਰਡ। ਅਸੀਂ ਇਨ ਟਰਮਸ ਆਫ 골ਡ ਫਾਈਂਡ ਕਰ ਲੈਂਦੇ ਹਾਂ, ਬਿਕੋਜ਼ ਐਵਰੀ ਕੰਟਰੀ ਇਜ਼ ਹੈਵਿੰਗ ਇਟਸ ਓਨ ਪ੍ਰਾਈਸਿਸ ਆਫ ਦ 골ਡ। ਸਾਰੀਆਂ ਕੰਟਰੀਜ਼ ਦੇ ਵਿੱਚ ਤਾਂ ਇਕੁਅਲ ਨਹੀਂ ਹੁੰਦੇ ਗੇ, ਦੈਨ ਹਰ ਇੱਕ ਕੰਟਰੀ ਦੇ ਵਿੱਚ ਆਪਣੇ 골ਡ ਦੇ ਪ੍ਰਾਈਸਿਸ ਹੁੰਦੇ, ਦੈਟਸ ਵਾਈ ਦੀਜ਼ ਆਰ ਨੋਨ ਦਾ ਐਜ਼ 골ਡ ਸਟੈਂਡਰਡਸ। ਨੈਕਸਟ ਵੀ ਆਰ ਹੈਵਿੰਗ ਬ੍ਰੈਟਨ ਵੁਡ ਸਟੈਂਡਰਡ। ਬ੍ਰੈਟਨ ਵੁਡ ਸਟੈਂਡਰਡ ਸਾਡੇ ਕੋਲ ਕਿਹੜਾ ਹੁੰਦਾ, ਜਿਵੇਂ ਅਸੀਂ ਕਰੰਸੀ ਨੂੰ ਬ੍ਰੈਟਨ ਵੁਡ ਸਟੈਂਡਰਡ ਸਾਡੇ ਕੋਲ ਲਾਈਕ ਅਸੀਂ ਇੱਕ ਸਟੈਂਡਰਡ ਯੂਨਿਟ ਲੈ ਲਿਆ ਸੀਗਾ ਕਿ ਕਿਸੇ ਵੀ ਕਰੰਸੀ ਕਿਸੇ ਵੀ ਚੀਜ਼ ਦੀ ਵੈਲਿਊ ਨੂੰ ਮੈਜ਼ਰ ਕਰਦੇ ਹਾਂ, ਲਾਈਕ ਗੁੱਡਸ ਨੂੰ ਅਸੀਂ ਗੁੱਡਸ ਨਾਲ ਐਕਸਚੇਂਜ ਕਰ ਰਹੇ ਸੀ, ਬਟ ਵੀ ਵਰ ਨਾਟ ਹੈਵਿੰਗ ਦਾ ਕਾਮਨ ਮੈਜ਼ਰ। ਸਿਮਿਲਰਲੀ ਹੇਅਰ ਵੀ ਵਰ ਨਾਟ ਹੈਵਿੰਗ ਐਨੀ ਕਾਮਨ ਮੈਜ਼ਰ। ਇੱਕ ਕਰੰਸੀ ਨੂੰ ਦੂਸਰੀ ਕਰੰਸੀ ਦੇ ਵਿੱਚ ਕਿਵੇਂ ਟਾਈ ਕਰੀਏ, ਦੈਨ ਫॉर ਦਿਸ ਵੀ ਹੈਵ ਟੇਕਨ US ਡਾਲਰ ਐਜ਼ ਦਾ ਕਾਮਨ ਮੈਜ਼ਰ। ਹੁਣ ਅਸੀਂ ਹਰ ਇੱਕ ਕੰਟਰੀ ਨੂੰ ਪਹਿਲਾਂ ਪੈਗ ਕਰਦੇ ਹਾਂ ਵਿਦ ਦਾ US ਡਾਲਰ, ਦੈਨ ਬਾਕੀ ਸਾਡੇ ਕੋਲ ਹੁੰਦਾ ਹੈ। ਤਾਂ ਸਾਡੇ ਕੋਲ ਇਹਨੇ IMF ਨੂੰ ਸੈਂਟਰਲ ਇੰਸਟੀਟਿਊਸ਼ਨ ਦੇ ਤੌਰ ਦੇ ਉੱਤੇ ਬਰਥ ਦਿੱਤਾ, ਐਂਡ ਦੈਟ ਇਜ਼ ਅ ਇੰਟਰਨੈਸ਼ਨਲ ਮੋਨੀਟਰੀ ਫੰਡ। ਤਾਂ ਉਹ ਸਾਡੇ ਕੋਲ ਸੈਂਟਰਲ ਇੰਸਟੀਟਿਊਸ਼ਨ ਹੈ ਜਦੋਂ ਅਸੀਂ ਮੋਨੀਟਰੀ ਸਿਸਟਮ, ਇੰਟਰਨੈਸ਼ਨਲ ਮੋਨੀਟਰੀ ਸਿਸਟਮ ਦੀ ਗੱਲ ਕਰਦੇ ਹਾਂ। ਲਾਈਕ ਹੇਅਰ RBI ਇਜ਼ ਕੰਟਰੋਲਰ ਆਫ ਐਵਰੀਥਿੰਗ ਮੋਨੀਟਰੀ ਸਟਰਕਚਰ ਦੇ ਵਿੱਚ, ਐਂਡ ਅਗਰ ਅਸੀਂ ਇੰਟਰਨੈਸ਼ਨਲ ਸਟੈਂਡਰਡਸ ਦੇ ਵਿੱਚ ਦੇਖਦੇ ਹਾਂ ਤਾਂ ਸਾਡੇ ਕੋਲ IMF ਆਉਂਦਾ ਹੈ। ਨੈਕਸਟ, ਅੰਡਰ ਦਿਸ ਸਿਸਟਮ if the value of the currency increases, then that is known as a revaluation. Devaluation means a decrease in the value of the domestic currency by the government. ਜਦੋਂ ਗਵਰਨਮੈਂਟ ਆਪਣੇ ਆਪ ਆਪਣੀ ਕਰੰਸੀ ਦੀ ਵੈਲਿਊ ਨੂੰ ਡੀਵੈਲੂਏਟ ਕਰ ਲੈਂਦੀ ਹੈ। ਅਸੀਂ NEP ਵਾਲੇ ਚੈਪਟਰ ਦੇ ਵਿੱਚ ਰੀਡ ਕੀਤਾ ਹੈ ਕਿ ਜਦੋਂ ਅਸੀਂ ਨਿਊ ਇਕਨੋਮਿਕ ਪਾਲਿਸੀ ਨੂੰ ਅਡੋਪਟ ਕੀਤਾ, ਐਟ ਦੈਟ ਟਾਈਮ ਅਸੀਂ ਆਪਣੀ ਕਰੰਸੀ ਨੂੰ ਡੀਵੈਲੂਏਟ ਕਰ ਲਿਆ ਸੀ, because before that we were using this system. Next is revaluation means increase in the value of the domestic currency by the government. अगर गवर्नमेंट अपने आप करेंसी की वैल्यू ਨੂੰ इनक्रीज कर ਲੈਂਦੀ ਹੈ। डिफरेंस बिटवीन the devaluation and depreciation ਅਸੀਂ ਬਾਅਦ 'ਚ ਕਰਾਂਗੇ, ਬਿਕੋਜ਼ ਸਾਨੂੰ ਡੈਪਰੀਸੀਏਸ਼ਨ ਅਸੀਂ ਹਜੇ ਤੱਕ ਕੀਤਾ ਨਹੀਂ ਹੈ। ਨੈਕਸਟ ਵੀ ਆਰ ਹੈਵਿੰਗ ਫਲੈਕਸੀਬਲ ਐਕਸਚੇਂਜ ਰੇਟ ਸਿਸਟਮ। ਦਿਸ ਇਜ਼ the system which is determined by the market forces, that is demand and supply। ਅਲੱਗ-ਅਲੱਗ ਕਰੰਸੀਜ਼ ਦੇ ਨਾਲ ਅਸੀਂ ਆਪਣੀ ਕਰੰਸੀ ਦੀ ਜਿਹੜੀ ਵੈਲਿਊ ਹੈ ਉਹਨੂੰ ਡਿਟਰਮਿਨ ਕਰਦੇ ਹਾਂ। ਬਿਕੋਜ਼ ਆਲਰੇਡੀ ਆਈ ਹੈਵ ਟੋਲਡ ਯੂ ਕਿ ਅਸੀਂ US ਡਾਲਰ ਨੂੰ ਇੱਕ ਐਕਸਟਰਨਲ ਸਟੈਂਡਰਡ ਫਿਕਸ ਕਰ ਲਿਆ ਕਿ ਸਾਰੀਆਂ ਕਰੰਸੀਜ਼ ਆ ਜਿਹੜੀਆਂ ਇਹਦੇ ਵਿੱਚ ਹੀ ਪੈਗ ਹੋਣਗੀਆਂ। ਤਾਂ ਹੇਅਰ ਵੀ ਆਰ ਡਿਟਰਮਿਨ ਦ ਵੈਲਿਊ ਆਫ ਇੰਡੀਅਨ ਕਰੰਸੀ ਕਿ ਅਸੀਂ US ਡਾਲਰ ਦੇ ਵਿੱਚ ਉਹਦੀ ਪ੍ਰਾਈਸਿਸ ਨੂੰ ਡਿਟਰਮਿਨ ਕਰ ਲੈਂਦੇ ਹਾਂ।
ਤਾਂ ਇੱਥੇ ਸਾਡੇ ਕੋਲ देयर इज़ नो गवर्नमेंट इंटरवेंशन, कोई ऑफिशियल इंटरवेंशन नहीं आती, बिकॉज अर्लीयर गवर्नमेंट फिक्स करती सी, हुण गवर्नमेंट फिक्सेशन ਦੇ ਵਿੱਚ ਬਿਲਕੁਲ ਵੀ ਨਹੀਂ ਇਨਵੋਲਵ ਹੁੰਦੀ। ਤਾਂ ਸਾਡੀ ਜਿਹੜੀ ਕਰੰਸੀ ਆ ਫਰੀਲੀ ਫਲਕਚੁਏਟ ਕਰਦੀ ਹੈ ਅਕੋਰਡਿੰਗ ਟੂ ਚੇਂਜ ਇਨ ਦ ਡਿਮਾਂਡ ਐਂਡ ਚੇਂਜ ਇਨ ਦ ਸਪਲਾਈ ਆਫ ਦ ਫੋਰਨ ਕਰੰਸੀ। ਅਗਰ ਅਸੀਂ ਫੋਰਨ ਕਰੰਸੀ ਦੀ ਡਿਮਾਂਡ ਅਤੇ ਸਪਲਾਈ ਨੂੰ ਲੈ ਕੇ ਚੱਲ ਰਹੇ ਹਾਂ ਤਾਂ ਉਹਦੇ ਵਿੱਚ ਜਿੰਨੀਆਂ ਵੀ ਸਾਡੇ ਕੋਲੇ ਬੈਂਕਸ ਫਰਮਸ ਜਾਂ ਫਾਈਨੈਂਸ਼ੀਅਲ ਇੰਸਟੀਟਿਊਸ਼ਨਸ ਜਾਂ ਫੋਰਨ ਅਦਰ ਇੰਸਟੀਟਿਊਸ਼ਨਸ ਆਉਂਦੀਆਂ ਗਈਆਂ ਜਿਹੜੀਆਂ ਮਨੀ ਸਪਲਾਈ ਦੇ ਵਿੱਚ ਜਾਂ ਅਸੀਂ ਕਹਿੰਦੇ ਹਾਂ ਡਿਮਾਂਡ ਐਂਡ ਸਪਲਾਈ ਦੇ ਵਿੱਚ ਆਪਣੀ ਕੰਟਰੀਬਿਊਸ਼ਨ ਦਿੰਦੀਆਂ, ਤਾਂ ਉਹ ਸਾਰੀਆਂ ਦੀਆਂ ਸਾਰੀਆਂ ਉਹ ਟ੍ਰਾਂਜੈਕਸ਼ਨ ਸਾਡੇ ਕੋਲ ਅਸੀਂ ਇੱਥੇ ਇਨਵੋਲਵ ਕਰਦੇ ਹਾਂ। then this rate is also known as the floating exchange rate as well as free exchange rate system. Here they have given that if we are having devaluation in the currency, agar sade kol currency di devaluation hundi hai, that is known as a depreciation. Now we are using the term depreciation. This is under this system कि sade kol jehdi currency di value hai jehdi oh घटदी है। Here we are having currency depreciation versus currency appreciation on page number 11.2. Currency depreciation means there is a decrease in the value of the domestic currency in terms of the foreign currency। ਜਦੋਂ ਸਾਡੀ foreign currency ਦੀ term ਦੇ ਵਿੱਚ ਸਾਡੀ currency ਦੀ value ਹੈ ਜਿਹੜੀ ਉਹ ਘਟ ਜਾਂਦੀ ਹੈ, means now we are requiring more rupees to buy a other currency। like ਸਾਡਾ ਜਿਹੜਾ ਪ੍ਰਾਈਸ ਹੈ ਡੈਪਰੀਸ਼ੀਏਟ ਕਦੋਂ ਹੋਏਗੀ ਵੈਲਿਊ, ਜਦੋਂ ਡਾਲਰ ਦੀ ਪ੍ਰਾਈਸ 70 to 74 ਹੋ ਜਾਏਗੀ। अर्लियर we were paying 70 rupees to take $1, now we have to pay 74 rupees। it means ਸਾਡੀ currency ਦੀ value ਘਟ ਗਈ, that's why in place of the 70 rupees now we are paying 74 rupees। then what is the effect of depreciation? ਡੈਪਰੀਸੀਏਸ਼ਨ ਐਕਸਪੋਰਟ ਦੇ ਉੱਤੇ ਕੀ ਇਫੈਕਟ ਪਏਗਾ? ਅਗਰ ਸਾਡੇ ਕੋਲੇ ਪਹਿਲਾਂ ਕੋਈ 74 ਰੁਪੀਜ਼ ਦੀ ਚੀਜ਼ ਸੀਗੀ, ਦੇ ਹੈਵ ਟੂ ਪੇ ਮੋਰ ਦੈਨ $1। ਹੁਣ ਅਗਰ 74 ਰੁਪੀਜ਼ ਦੀ ਚੀਜ਼ ਹੈ ਤਾਂ ਉਹ $1 ਹੀ ਪੇ ਕਰ ਰਹੇ ਹੈ, ਮੀਨਸ ਨਾਓ ਦੇ ਆਰ ਪੇਇੰਗ ਲੈਸ। ਇਟ ਮੀਨਸ ਐਕਸਪੋਰਟਸ ਜਿਹੜੇ ਅਸੀਂ ਬਾਹਰਲੀਆਂ ਕੰਟਰੀਜ਼ ਦੇ ਵਿੱਚ ਕਰ ਰਹੇ ਹਾਂ, ਫੋਰਨਰਸ ਇੱਥੇ ਆ ਕੇ ਸਾਡੇ ਤੋਂ ਬਾਏ ਕਰ ਰਹੇ ਆ, ਤਾਂ ਉਹ ਸਾਡੇ ਸਸਤੇ ਹੋ ਜਾਣਗੇ। ਇਫ ਦੇ ਬਿਕਮ ਚੀਪਰ, ਪਹਿਲਾਂ ਨਾਲੋਂ ਚੀਪ ਹੋ ਗਏ, ਤਾਂ ਇਟ ਮੀਨਸ ਸਾਡੀ ਜਿਹੜੀ ਫੋਰਨ ਕੰਟਰੀਜ਼ ਦੇ ਵਿੱਚ ਅਸੀਂ ਅਮਾਊਂਟ ਜੋ ਵੀ ਅਸੀਂ ਆਪਣੀ ਗੁੱਡਸ ਸੇਲ ਕਰ ਰਹੇ ਸੀ ਉਹਨਾਂ ਦੀ ਡਿਮਾਂਡ ਇਨਕਰੀਜ਼ ਹੋ ਜਾਏਗੀ। ਦੈਨ ਡਿਕਰੀਜ਼ ਇਨ ਦ ਇੰਪੋਰਟਸ, ਸਾਡੇ ਕੋਲ ਵਾਈਸ ਵਰਸਾ ਹੋ ਗਿਆ, ਮੀਨਸ ਵੈਲਿਊ ਆ ਜਿਹੜੀ ਡਿਕਰੀਜ਼ ਹੋ ਜਾਏਗੀ ਇੰਪੋਰਟਸ ਦੀ, ਬਿਕੋਜ਼ ਪਹਿਲਾਂ ਉਹਨਾਂ ਨੂੰ ਸਾਨੂੰ ਘੱਟ ਪੇ ਕਰਨਾ ਪੈ ਰਿਹਾ ਸੀਗਾ, ਹੁਣ ਸਾਨੂੰ ਜ਼ਿਆਦਾ ਪੇ ਕਰਨਾ ਪੈ ਰਿਹਾ ਸੇਮ ਅਮਾਊਂਟ ਦੇ ਲਈ। ਸਪੋਜ਼ ਅਸੀਂ ਕਿਸੇ ਨੂੰ $100 ਪੇ ਕਰਨੇ ਸੀਗੇ, $100 ਦੇ ਲਈ ਵੀ ਨੀਡ 7000 ਰੁਪੀਜ਼, ਨਾਓ ਵੀ ਨੀਡ 7400 ਰੁਪੀਜ਼। ਤਾਂ ਅਸੀਂ ਘੱਟ ਬਾਏ ਕਰਾਂਗੇ ਬਾਹਰੋਂ, ਅਗਰ ਅਸੀਂ ਬਾਹਰੋਂ ਘੱਟ ਬਾਏ ਕਰਾਂਗੇ ਤਾਂ ਸਾਡੇ ਇੰਪੋਰਟਸ ਡਿਕਰੀਜ਼ ਹੋ ਜਾਣਗੇ। ਦੈਨ ਦੇਰ ਇਜ਼ ਐਨ ਇਨਕਰੀਜ਼ ਇਨ ਦ ਨੈਸ਼ਨਲ ਇਨਕਮ, ਨੈਸ਼ਨਲ ਇਨਕਮ ਇਨਕਰੀਜ਼ ਹੋਏਗੀ ਬਿਕੋਜ਼ ਐਕਸਪੋਰਟਸ ਆਰ ਮੋਰ ਦੈਨ ਦ ਇੰਪੋਰਟਸ। ਤਾਂ ਸਾਡੇ ਕੋਲ ਪੈਸਾ ਜ਼ਿਆਦਾ ਆ ਰਿਹਾ, ਅਸੀਂ ਬਾਹਰ ਨਹੀਂ ਜ਼ਿਆਦਾ ਭੇਜ ਰਹੇ। ਦੈਨ ਵੀ ਕੈਨ ਐਡ ਦਿਸ ਅਮਾਊਂਟ in the domestic income, ਤਾਂ ਸਾਡੀ national income ज़्यादा ਹੋ ਜਾਏਗੀ। next we are having appreciation. This is totally opposite to the depreciation when there is increase in the value of the domestic currency in terms of the foreign currency। ਤਾਂ ਸਾਡੀ ਹੁਣ ਕਰੰਸੀ ਦੀ ਜਿਹੜੀ ਵੈਲਿਊ ਹੈ ਉਹ ਵੱਧ ਗਈ ਹੈ ਫੋਰਨ ਕਰੰਸੀ ਦੀ ਟਰਮ ਦੇ ਵਿੱਚ। ਲਾਈਕ ਇਨ ਪਲੇਸ ਆਫ ਦ ਡਾਲਰ ਫॉर 74 ਰੁਪੀਜ਼, ਹੁਣ ਸਾਨੂੰ ਕਿੰਨੇ ਪੇ ਕਰਨੇ ਪੈ ਰਹੇ ਆ? 70 ਰੁਪੀਜ਼। ਮੀਨਸ ਵੀ ਆਰ ਪੇਇੰਗ 4 ਰੁਪੀਜ਼ ਲੈਸ ਦੈਨ ਦ ਪ੍ਰੀਵੀਅਸ ਰੇਟ। ਤਾਂ ਇੱਥੇ ਸਾਡੀ ਕਰੰਸੀ ਦੀ ਵੈਲਿਊ ਜਿਹੜੀ ਵਧੀ ਹੈ। ਜਦੋਂ ਕਰੰਸੀ ਦੀ ਵੈਲਿਊ ਵਧਦੀ ਹੈ, ਦੈਟ ਇਜ਼ ਨੋਨ ਐਜ਼ ਦ ਐਪਰੀਸੀਏਸ਼ਨ। ਐਂਡ ਇਫੈਕਟ ਕੀ ਹੋਏਗਾ? ਦਿਸ ਇਜ਼ ਟੋਟਲੀ ਓਪੋਜ਼ਿਟ ਟੂ ਦ effect on the effect of depreciation of domestic currency. Now this is appreciation the effect है, increase in the imports increase हो जाएंगे because now we are paying like earlier I have taken example $100 ਦੀ ਕੋਈ ਚੀਜ਼ ਬਾਏ ਕਰ ਰਹੇ ਸੀ, ਪਹਿਲਾਂ ਸਾਨੂੰ 7400 ਪੇ ਕਰਨੇ ਪੈ ਰਹੇ ਸੀ, now we are paying only 7000 rupees। ਤਾਂ ਸਾਡੀ ਕਰੰਸੀ ਮਤਲਬ ਅਸੀਂ ਜ਼ਿਆਦਾ ਬਾਏ ਕਰਾਂਗੇ ਕਿਉਂਕਿ ਸਾਨੂੰ ਲੈਸ ਪੇ ਕਰਨਾ ਪੈ ਰਿਹਾ। ਨਾਓ ਇਫ ਵੀ ਆਰ demanding more things from the foreign countries, we have to pay less amount, then imports will become relatively cheaper। decrease in the exports ਸਾਡੇ costlier ਹੋ ਜਾਣਗੇ। ਅਗਰ ਕੋਈ ਚੀਜ਼ costlier ਹੁੰਦੀ ਹੈ ਤਾਂ ਅਸੀਂ ਉਹਨੂੰ ਘੱਟ ਬਾਏ ਕਰਦੇ ਹਾਂ, ਤਾਂ ਅਸੀਂ ਘੱਟ ਭੇਜਾਂਗੇ। ਨਾਓ imports are more than the exports।
अगर इंपोर्ट्स एक्सपोर्ट्स नालों ज़्यादा हो जाते हैं तो साडी नैशनल इनकम डिक्रीज़ हो जाएगी। Now they have given the difference between the currency appreciation and currency depreciation. Currency depreciation means decrease in the value of domestic currency in terms of the foreign currency, whereas appreciation means increase in the value of domestic currency in terms of the foreign currency. Effect on imports and exports. अगर import ਦੇ ਉੱਤੇ ਅਸੀਂ here we have taken effect on exports. Exports ਸਾਡੇ increase ਕਰ ਗਏ ਸੀ depreciation ਦੇ ਵਿੱਚ, ਤਾਂ ਇੰਪੋਰਟਸ ਇਨਕਰੀਜ਼ ਕਰ ਜਾਣਗੇ ਡੈਪਰੀਸੀਏਸ਼ਨ 'ਚ ਐਂਡ ਡਿਕਰੀਜ਼ ਕਰ ਜਾਣਗੇ ਐਪਰੀਸੀਏਸ਼ਨ 'ਚ। ਐਂਡ ਇੰਪੋਰਟਸ ਸਾਡੇ ਜਿਹੜੇ ਇੱਥੇ ਡਿਕਰੀਜ਼ ਕਰਨਗੇ ਇੱਥੇ ਇਨਕਰੀਜ਼ ਕਰਨਗੇ। ਆਲਰੇਡੀ ਵੀ ਹੈਵ ਡਿਸਕਸਡ ਵਾਈ। ਦੈਨ ਐਗਜ਼ਾਮਪਲ already we have taken 70 to 74, then this is called depreciation. If it is from 74 to 70, this is called appreciation. Here they have given depreciation of the home currency leads to rise in the exports and fall in the imports. This is किस चीज़ ਨੂੰ लीड करेगा? Lead to increase in the national income because ਹੋਮ ਕਰੰਸੀ ਹੈਜ਼ ਡੈਪਰੀਸ਼ੀਏਟਡ, ਤਾਂ ਉਹਦੇ ਨਾਲ ਐਕਸਪੋਰਟਸ ਰਾਈਜ਼ ਕਰ ਜਾਣਗੇ ਸਾਡੇ ਕੋਲੇ। ਦੇਰ ਇਜ਼ ਅ ਫॉल ਇਨ ਦ ਪ੍ਰਾਈਸ ਆਫ ਦ ਡੋਮੈਸਟਿਕ ਕਰੰਸੀ ਐਂਡ ਸਾਡੀ ਕਰੰਸੀ ਲੈਸ ਵੈਲਿਊਏਬਲ ਹੋਗੀ, ਫੋਰਨ ਕਰੰਸੀ ਦੀ ਵੈਲਿਊ ਜ਼ਿਆਦਾ ਹੋਗੀ, ਤਾਂ ਐਕਸਚੇਂਜ ਰੇਟ ਆ ਜਿਹੜਾ ਸਾਡਾ ਡੋਮੈਸਟਿਕ ਕਰੰਸੀ ਦਾ ਫॉल ਕਰ ਜਾਏਗਾ। ਦੇਰ ਇਜ਼ ਅ ਡਿਕਰੀਜ਼ ਇਨ ਦ exchange rate of the home currency, or we can say exchange rate of domestic currency has become weaker. Now here we have left devaluation and depreciation. Devaluation means when government interferes occurrence, this is due to the government and this is due to the market forces demand and supply. ਜਦੋਂ ਗਵਰਨਮੈਂਟ ਦੇ ਆਪਣੇ ਆਪ ਕਰੰਸੀਜ਼ ਦੀ ਵੈਲਿਊਜ਼ ਨੂੰ ਘਟਾ ਦਿੰਦੀ ਹੈ, ਦੈਟ ਇਜ਼ ਨੋਨ ਐਜ਼ ਡੀਵੈਲਿਊਏਸ਼ਨ। ਵੈਨ ਫॉल ਇਨ ਦ ਵੈਲਿਊ ਆਫ ਦ ਕਰੰਸੀ, ਤਾਂ ਸਾਡੇ ਕੋਲੇ ਦਿਸ ਇਜ਼ ਡਿਊ ਟੂ ਦ ਡਿਮਾਂਡ ਐਂਡ ਸਪਲਾਈ, ਉਹਦੇ ਕਰਕੇ ਸਾਡੇ ਕੋਲੇ ਮਾਰਕੀਟ ਫੋਰਸਿਸ ਦੇ ਕਰਕੇ ਸਾਡੀ ਕਰੰਸੀ ਆਪਣੇ ਆਪ ਹੀ ਫॉल ਕਰ ਗਈ। ਇਟ ਟੇਕਸ ਪਲੇਸ ਅੰਡਰ ਦ ਫਿਕਸਡ ਐਕਸਚੇਂਜ ਰੇਟ ਸਿਸਟਮ and this is under the flexible exchange rate system. In place of the system you can also use the word regime. Now we are having difference between the fixed exchange rate and flexible exchange rate system. Already we have completed the flexible exchange rate and fixed exchange rate system. Fixed exchange rate system is that system in which the value of our currency is fixed by the government, and whereas flexible, this is determined by the market forces. Here we are having complete government control. There is no government intervention in the process of determining the prices. Stability, here we are having stable prices because बहुत small variations होंगे जो government change करेगी then only ਇਹ ਲਗਾਤਾਰ ਚੇਂਜ ਹੁੰਦਾ ਰਹਿੰਦਾ ਹੈ, ਬਿਕੋਜ਼ ਡਿਮਾਂਡ ਅਤੇ ਸਪਲਾਈ ਕਦੇ ਕੌਨਸਟੈਂਟ ਨਹੀਂ ਹੋ ਸਕਦੇ। ਅਗਰ ਉਹ ਕੌਨਸਟੈਂਟ ਨਹੀਂ ਹੁੰਦੇ ਤਾਂ ਉਹ ਚੀਜ਼ ਚੇਂਜੇਬਲ ਹੁੰਦੇ ਤਾਂ ਸਾਡੇ ਕੋਲ ਇਹ ਵੀ ਚੇਂਜੇਬਲ ਹੋਏਗਾ। ਫੋਰਨ ਐਕਸਚੇਂਜ ਰਿਜ਼ਰਵਸ, ਹੇਅਰ ਵੀ ਹੈਵ ਟੂ ਕੀਪ ਲਾਰਜ ਰਿਜ਼ਰਵਸ ਬਿਕੋਜ਼ ਅਸੀਂ ਜਦੋਂ ਫੋਰਨ ਐਕਸਚੇਂਜ ਕਿਸੇ ਵੀ ਪਰਟੀਕੂਲਰ ਲੈਵਲ ਦੇ ਉੱਤੇ ਜਾ ਕੇ ਕਿਸੇ ਪਰਟੀਕੂਲਰ ਕੰਟਰੀ ਦੇ ਨਾਲ ਅਸੀਂ ਡੀਲ ਕਰਦੇ ਦੈਨ ਵੀ ਹੈਵ ਟੂ ਮੇਨਟੇਨ ਦ ਲਾਰਜ ਰਿਜ਼ਰਵਸ। ਹੇਅਰ ਵੀ ਹੈਵ ਟੂ ਰਿਕੁਆਇਰ, ਮਤਲਬ ਇੱਥੇ ਸਾਨੂੰ ਕਿਸੇ ਰਿਜ਼ਰਵਸ ਦੀ ਜ਼ਰੂਰਤ ਨਹੀਂ ਹੈ ਕਿਉਂਕਿ ਮਾਰਕੀਟ ਫੋਰਸਿਸ ਨੇ ਆਪਣੇ ਆਪ ਹੀ ਪ੍ਰਾਈਸਿਸ ਨੂੰ ਸੈੱਟ ਕਰ ਦੇਣਾ ਔਨ ਦ ਬੇਸਿਸ ਆਫ ਡਿਮਾਂਡ ਐਂਡ ਸਪਲਾਈ। ਇਨਕਰੀਜ਼ ਇਨ ਦ ਵੈਲਿਊ, ਅਗਰ ਸਾਡੇ ਕੋਲ ਕੋਈ ਡੋਮੈਸਟਿਕ ਕਰੰਸੀ ਦੀ ਵੈਲਿਊ ਦੇ ਵਿੱਚ ਕੋਈ ਇਨਕਰੀਜ਼ ਡਿਕਰੀਜ਼ ਆਉਂਦੀ ਹੈ, ਇਫ ਦੇਰ ਇਜ਼ ਅ ਡਿਕਰੀਜ਼ ਇਨ ਦ ਵੈਲਿਊ ਦੈਨ ਦਿਸ ਇਜ਼ ਨੋਨ ਐਜ਼ ਅ ਡੀਵੈਲਿਊਏਸ਼ਨ ਐਂਡ ਦਿਸ ਇਜ਼ ਨੋਨ ਐਜ਼ ਅ ਡੈਪਰੀਸੀਏਸ਼ਨ। ਹਿਅਰ ਇਟ ਇਜ਼ ਰੀਵੈਲਿਊਏਸ਼ਨ and appreciation. Devaluation means decrease in the value of the domestic currency by the government, and appreciation means decrease in the value of the domestic currency in terms of the foreign currency by the market forces demand and supply. This is vice versa, we are using the term कि साडे कोल totally opposite होएगा। Next is the managed floating exchange rate system. This is the system where the prices are determined by the market forces, but ਇੱਥੇ ਸਾਡੇ ਕੋਲੇ ਗਵਰਨਮੈਂਟ ਦੀ ਪਲੇਸ ਦੇ ਉੱਤੇ RBI ਮੀਨਸ ਸੈਂਟਰਲ ਬੈਂਕ ਹੈ ਜਿਹੜੀ ਕਿਸੇ ਵੀ ਕੰਟਰੀ ਦੀ ਇੰਟਰਫੇਅਰ ਕਰਦੀ ਹੈ ਇਨ ਦਾ ਮੈਨੇਜਡ ਫਲੋਟਿੰਗ ਐਕਸਚੇਂਜ ਰੇਟ ਸਿਸਟਮ। ਤਾਂ ਸਾਡੇ ਕੋਲੇ ਅਸੀਂ ਹੁਣ ਬ੍ਰੈਟਨ ਵੁੱਡ ਦੇ ਸਟੈਂਡਰਡ ਨੂੰ ਅਸੀਂ ਚੇਂਜ ਕਰ ਰਹੇ ਹਾਂ
this is also known as this is a managed floating. Managed क्यों है? Because ਅਸੀਂ जो भी fluctuations है ਉਹਨੂੰ ਅਸੀਂ manage करके चल रहे हैं, managed by the RBI और central bank we can say कि RBI ਉਹਨਾਂ ਨੂੰ control करके चलती है. In case of India it's RBI, otherwise we are using the word central bank. Now this is the system in which rates are determined by the market forces and controlled by the central bank. This is not the totally controlled, these are the influenced by the central bank through the intervention in the foreign exchange market. Already we have discussed all the transactions, foreign transactions are routed through the RBI, and this is just because it's a controller ਸਾਡੇ ਕੋਲੇ ਉਹ work ਕਰਦੀ ਹੈ, custodian of foreign exchange reserves ਅਸੀਂ ਕੀਤਾ ਹੈ banking ਦੇ ਵਿੱਚ. ਤਾਂ ਸਾਡੇ ਕੋਲੇ in this way it intervene in the process of determining the prices. This is also known as a hybrid system. क्यों hybrid ਸਾਡੇ ਕੋਲੇ क्यों है? Because we are taking some merits of the flexible exchange rate system and some merits of the fixed exchange rate system. Flexible exchange rate system because that is determined by the market forces, demand and supply. Here we are taking that also. And fixed exchange rate system ਦੇ ਵਿੱਚ government ਉਹ ਕਰਦੀ ਸੀ. Now in place of the government RBI manage ਕਰਕੇ ਚੱਲਦੀ ਹੈ through the intervention in the process of determining the prices. ਇਸ ਸਿਸਟਮ ਦੇ ਵਿੱਚ ਅਗਰ RBI intervene ਕਰ ਰਹੀ ਹੈ because government has to maintain the large reserves. Here if we have to control the variations ਜਾਂ ਅਸੀਂ ਕਹਿੰਦੇ ਹਾਂ ਫਲਕਚੁਏਸ਼ਨਸ ਆ ਜਿਹੜੀਆਂ ਉਹਨਾਂ ਨੂੰ ਕੰਟਰੋਲ ਕਰਨਾ, ਅਸੀਂ ਰਿਸਟ੍ਰਿਕਟ ਕਰਨਾ ਚਾਹੁੰਦੇ ਹਾਂ, ਦੈਨ RBI ਹੈਜ਼ ਟੂ ਮੇਨਟੇਨ ਸਮ ਰਿਜ਼ਰਵਸ ਵਿਦ ਦੈਮ. RBI ਪ੍ਰੋਪਰਲੀ ਕੰਟਰੋਲ ਕਰਕੇ ਨਹੀਂ ਚੱਲਦੀ, ਉਹ ਰਿਸਟ੍ਰਿਕਟ ਕਰਦੀ ਹੈ ਵਿਦ ਇਨ ਦਾ ਸਰਟਨ ਲਿਮਿਟਸ. ਸਰਟਨ ਲਿਮਿਟਸ, ਹਾਊ ਵੀ ਕੈਨ ਐਕਸਪਲੇਨ ਦਾ ਸਰਟਨ ਲਿਮਿਟਸ? ਲਾਈਕ ਸਾਡੇ ਕੋਲ ਅਸੀਂ 70 ਰੁਪੀਜ਼ ਦੇ ਉਹ ਕਲੋਜ਼ ਰੱਖਣਾ ਹੈ, ਤਾਂ RBI ਕੀ ਕਰਦੀ ਹੈ, ਜਿਹੜੀਆਂ ਸਾਡੇ ਕੋਲੇ ਸਮੋਲ ਫਲਕਚੁਏਸ਼ਨਸ ਆਉਂਦੀਆਂ, ਦਿਸ ਇਜ਼ ਇਨ ਬਿਟਵੀਨ ਦ 69.75 ਟੂ 70.25 ਮੀਨਸ 50 ਪੈਸੇ ਦੀ. ਤੁਸੀਂ ਕਦੇ ਵੀ ਮਾਰਕੀਟ ਦੇ ਵਿੱਚ ਜਦੋਂ ਪ੍ਰਾਈਸਿਸ ਪਤਾ ਕਰਦੇ ਹੋ, ਕਦੇ ਵੀ ਇਹ ਨਹੀਂ ਹੁੰਦਾ ਕਿ ਜਿਹੜੀ ਡਾਲਰ ਦੀ ਪ੍ਰਾਈਸ ਹੈ ਉਹ 1 ਰੁਪਇਆ ਇਨਕਰੀਜ਼ ਹੋ ਗਈ ਜਾਂ 2 ਰੁਪਏ ਇਨਕਰੀਜ਼ ਹੋ ਗਈ. ਆਲਵੇਜ਼ ਇਟਸ ਇਨਕਰੀਜ਼ਿੰਗ ਇਨ ਦ ਪੈਸੇ ਓਨਲੀ. ਸਾਡੇ ਕੋਲ ਪੈਸੇ ਦੇ ਵਿੱਚ ਇਨਕਰੀਜ਼ ਕਰਦੀ ਹੈ, ਰੁਪੀਜ਼ ਦੇ ਵਿੱਚ ਕਦੇ ਇਨਕਰੀਜ਼ ਨਹੀਂ ਕਰਦੀ, ਬਿਕੋਜ਼ RBI ਉਹਨੂੰ ਮੇਨਟੇਨ ਕਰਨ ਦੀ ਕੋਸ਼ਿਸ਼ ਕਰਦੀ ਹੈ. ਇਫ ਇਟਸ ਮੇਨਟੇਨਿੰਗ ਨੀਅਰ ਦਾ 70 ਰੁਪੀਜ਼, ਤਾਂ ਉਹ 70 ਦੇ ਆਸ-ਪਾਸ ਰੱਖਣ ਦੀ ਕੋਸ਼ਿਸ਼ ਕਰੇਗੀ. ਅਗਰ ਉਸ ਤੋਂ ਜ਼ਿਆਦਾ ਘੱਟ ਰਿਹਾ ਹੈ 70 ਤੋਂ, ਦੈਨ ਦੇ ਹੈਵ ਟੂ ਕੀਪ ਦਾ ਰਿਜ਼ਰਵਸ ਵਿਦ ਦੈਮ. ਤਾਂ ਇਟ ਮੀਨਸ ਉਹਨਾਂ ਨੂੰ ਆਪਣੇ ਕੋਲੇ ਜ਼ਿਆਦਾ ਜਿਹੜੇ ਡਾਲਰਸ ਹੈ ਉਹ ਕੰਟਰੋਲ ਕਰਨੇ ਪੈਣਗੇ, ਦੈਨ ਦੇ ਹੈਵ ਟੂ ਬਾਏ ਦਾ ਡਾਲਰਸ. ਅਗਰ ਲੱਗਦਾ ਕਿ ਸਾਡੀ ਕਰੰਸੀ ਦੀ ਵੈਲਿਊ ਸਟਰੋਂਗ ਹੋ ਰਹੀ ਹੈ, ਠੀਕ ਹੈ, ਸਟਰੋਂਗ ਹੋ ਰਹੀ ਹੈ, ਦੈਨ ਸਾਨੂੰ ਲੈਸ ਰਿਜ਼ਰਵਸ ਅਸੀਂ ਉਹ ਕਰਦੇ ਹਾਂਗੇ, ਮੇਨਟੇਨ ਕਰਦੇ ਹਾਂਗੇ. ਅਗਰ ਸਾਡੀ ਵੀਕ ਹੋ ਰਹੀ ਹੈ ਤਾਂ ਅਸੀਂ ਲਾਰਜ ਰਿਜ਼ਰਵਸ ਮੇਨਟੇਨ ਕਰਦੇ ਹਾਂ. ਹਿਅਰ ਇਟਸ ਸਟਰੋਂਗਰ ਪੁਆਇੰਟ. ਅਗਰ ਅਸੀਂ ਕਹੀਏ ਕਿ ਸਾਡੇ ਕੋਲ ਸਟਰੋਂਗ ਹੋ ਰਹੀ ਹੈ, ਤਾਂ ਉਸ ਟਾਈਮ ਦੇ ਉੱਤੇ ਅਸੀਂ ਰੁਪੀਜ਼ ਦੀ ਵੈਲਿਊ ਇਨਕਰੀਜ਼ ਕਰ ਰਹੀ ਹੈ, ਠੀਕ ਹੈ, ਤਾਂ ਅਸੀਂ ਘੱਟ ਰਿਜ਼ਰਵਸ ਮੇਨਟੇਨ ਕਰਾਂਗੇ. ਦੈਨ ਇੱਥੇ ਸਾਡੇ ਕੋਲ ਵੀਕ ਹੋ ਰਹੀ ਹੈ ਬਿਕੋਜ਼ ਪ੍ਰਾਈਸਿਸ ਇਨਕਰੀਜ਼ ਹੋ ਰਹੇ ਹੈ ਡਾਲਰਸ ਦੇ, ਤਾਂ ਸਾਨੂੰ ਜ਼ਿਆਦਾ ਮਨੀ ਪੇ ਕਰਨੀ ਪੈ ਰਹੀ ਹੈ, ਤਾਂ ਉਸ ਟਾਈਮ ਦੇ ਉੱਤੇ ਸਾਨੂੰ ਜ਼ਿਆਦਾ ਜਿਹੜੇ ਰਿਜ਼ਰਵਸ ਹੈਗੇ ਆਪਦੇ ਕੋਲੇ ਹੋਲਡ ਕਰਨੇ ਪੈਣਗੇ. ਨਾਓ ਦਿਸ ਇਜ਼ ਆਲਸੋ ਨੋਨ ਐਜ਼ ਦਾ ਡਰਟੀ ਫਲੋਟਿੰਗ. ਵਾਈ ਇਟਸ ਅ ਡਰਟੀ ਫਲੋਟਿੰਗ? ਬਿਕੋਜ਼ ਜਦੋਂ ਅਸੀਂ ਇਹ ਕਹਿੰਦੇ ਹੈਗੇ ਕਿ ਦਿਸ ਇਜ਼ ਡਿਟਰਮਿਨਡ ਬਾਈ ਦਾ ਮਾਰਕੀਟ ਫੋਰਸਿਸ, ਬਟ RBI ਉਹਨੂੰ ਮੈਨੀਪੂਲੇਟ ਕਰ ਰਹੀ ਹੈ ਉਹਨੂੰ so that कि within particular range ਰਹਿਣ, then this is also known as dirty floating. ਸਾਡੇ ਕੋਲ clean floating ਨਹੀਂ ਹੋਏਗੀ because RBI intervene ਕਰ ਰਹੀ ਹੈ. ਨੈਕਸਟ ਇਜ਼ ਦ ਡਿਮਾਂਡ ਫॉर ਫੋਰਨ ਐਕਸਚੇਂਜ. ਅਸੀਂ ਫੋਰਨ ਐਕਸਚੇਂਜ ਨੂੰ ਕਦੋਂ ਡਿਮਾਂਡ ਕਰਾਂਗੇ? ਸਾਨੂੰ ਬਾਹਰਲੀ ਕਰੰਸੀ ਕਦੋਂ ਚਾਹੀਦੀ ਹੋਏਗੀ? here they have given some reasons. First is import of goods and services. ਅਗਰ ਅਸੀਂ ਬਾਹਰੋਂ ਕੁਛ goods and services ਨੂੰ import ਕਰਦੇ ਹਾਂ, it means we have to pay that payment in the terms of the dollars. ਅਗਰ ਅਸੀਂ ਉਹ ਪੇਮੈਂਟ ਡਾਲਰਸ ਦੇ ਟਰਮ ਦੇ ਵਿੱਚ ਕਰ ਰਹੇ ਹਾਂ, then we demand foreign exchange. ਟੂਰਿਜ਼ਮ, if we want to move outside the country, ਤਾਂ ਸਾਨੂੰ ਉਸ ਕੰਟਰੀ ਦੀ ਕਰੰਸੀ ਚਾਹੀਦੀ ਹੋਏਗੀ. ਯੂਨੀਲੇਟਰਲ ਟਰਾਂਸਫਰਸ ਸੈਂਟ ਅਬਰੋਡ. Unilateral transfers which are single-sided transactions which is just for the love and affection only. ਅਗਰ ਅਸੀਂ ਬਾਹਰਲੀ ਕੰਟਰੀ ਦੇ ਵਿੱਚ, ਲਾਈਕ ਇਫ ਯੂ ਆਰ ਮੂਵਿੰਗ ਅਬਰੋਡ for the purpose of the study,
ਤੁਸੀਂ अर्न तो कर नहीं जा रहे है। इट मीनस योर फीस विल बी पेड बाय द पेरेंट्स। अगर पेरेंट्स थोड़ी फीस पे कर रहे तो इधरों थोड़िया अमाउंट्स जड़ियाँ सेंड कर रहे हैं, दैन वी हैव टू बाय द फॉरेन करंसी। परचेज ऑफ एसेट्स इन द फॉरेन कंट्री, असी फॉरेन दे विच चले गए हैं, हम जाके लगता है कि असी घर लै लीए, कार लै लीए, बट वी आर नॉट हैविंग इनफ मनी। अगर असी उन्होंने बाय करना चाहते हैं दैन वी आर डिमांडिंग मनी फ्रॉम द पेरेंट्स अगेन, तो असी फिर उत्थे इत्थों ही करंसी बाहर जा रही है। इट मीनस वी आर डिमांडिंग द फॉरेन करंसी। एंड लास्ट इज़ द स्पैकुलेशन मोटिव। स्पैकुलेशन मीनस सट्टाबाजी। असी जदों गैंबलिंग करते हैं, सम टाइम की होंदा है कि सानू लगता है कि आने वाले टाइम दे विच करंसी की वैल्यू ज़्यादा स्ट्रोंग हो जाएगी, दैन नाउ वी आर कीपिंग द मोर रिजर्व्स विद अस सो दैट वी कैन गेन द प्रॉफिट्स। करंसी की जो एप्रीसीएशन होएगी, उस अदर कंट्री की करंसी की जो एप्रीसीएशन होएगी, दैन वी कैन गेन द प्रॉफिट्स। तो जदों सपोज असी 70 रुपीज़ जो डॉलर की अमाउंट सी उस टाइम के उत्ते उन्होंने बाय कर लिया, सानू पता है कि आने वाले टाइम के 74 पर हो जाएगा, तो उस टाइम जाके असी रिलीज़ कर देवांगे। बट नाउ वी आर डिमांडिंग द फॉरेन करंसी, तो इट मीनस साढ़े कोल असी उस टाइम पर भी डिमांड करते हैं। रीपेमेंट ऑफ इंटरनेशनल लोन्स, इफ़ वी हैव टेकन द इंटरनेशनल लोन फ्रॉम एनी कंट्री, किसी कंट्री तो लिया ਜਾਂ किसी बैंक तो लिया, तो असी उस टर्म के ही उन्होंने रिटर्न करांगे। दैन रीजनस अगेन वी आर हैविंग द सेम रीजनस, एंड डिमांड कर्व इज़ ऑलवेज स्लोपिंग डाउनवर्ड बिकॉज विद द राइज इन द प्राइसिस वी आर डिमांडिंग लैस, विद द फॉल इन द प्राइसिस वी आर डिमांडिंग मोर। तो साढ़े कोल रेट है जोड़ा अगर घट है तो असी ज़्यादा डिमांड कर रहे हैं, अगर ज़्यादा है तो हियर इट्स हैविंग द इनवर्स रिलेशन, then demand curve will fall downward. Next is the supply of the foreign currency. This is totally opposite to the demand for foreign currency. First, export of goods and services. जो असी export कर रहे हैं, then they will pay that a particular amount in the terms of the rupees. तो साढ़े कोले फॉरेन करंसी की सप्लाई हो रही है। साढ़े कोल फॉरेन इन्वेस्टमेंट बाहरों आएंगे तो डॉलर्स के विच साढ़े कोले अमाउंट लेके आ रहे हैं। रेमिटेंसिस फ्रॉम एब्रॉड, पहला तुसी स्टडी वीज़ा के उत्ते बाहर गए सी, तुहानूं लोन की जरूरत सी, तुहानूं फंडिंग की जरूरत सी, तुहाडे पेरेंट्स फंड कर रहे सी, हुण तुहानूं 2 साल 3 साल हो गए, नाउ यू आर अर्निंग दे हो, ठीक है। रेमिटेंसिस मीनस यूनिलेटरल ट्रांसफर्स, जिहड़ियां सिंगल वे ट्रांजैक्शनस होंदियां जिहदे च लैन देन दोनों चीज़ां नहीं होंदी, मीनस बाइंग एंड सैलिंग, दैट इज़ नॉट कॉल्ड द यूनिलेटरल। यूनी मीनस सिंगल, तो साढ़े कोल सिंगल साइडेड ट्रांजैक्शनस होणगियां। नाउ बिकॉज ऑफ द लव एंड अफेक्शन यू आर सेंडिंग सम मनी और गिफ्ट्स टू योर पेरेंट्स, तो उस फॉर्म के साढ़े को मनी आ रही है। नैक्सट वी आर हैविंग स्पैकुलेशन। स्पैकुलेशन ऑलरेडी आई हैव टोल्ड, हुण असी की करना है क्योंकि उस करंसी की वैल्यू स्ट्रोंग होगी, हुण असी इहनूं रिलीज़ कर देवांगे। नैक्सट वी आर हैविंग लोन फ्रॉम द रेस्ट ऑफ वर्ल्ड। अगर असी बाहरलियां कंट्रीज़ तो लोन्स ले रहे हैं, दैन वी आर गेटिंग सम अमाउंट फ्रॉम द अब्रॉड। ग्रांट्स एंड डोनेशंस फ्रॉम अब्रॉड, वी आर टेकिंग सम अमाउंट इन द फॉर्म ऑफ द ग्रांट एंड डोनेशंस ऑल्सो, तो वह भी साढ़े को इसे दे विच आ जाएगा। हियर रीजनस आर द सेम। सप्लाई कर्व इट्स ऑलवेज अपवर्ड स्लोपिंग, लैस रेट के उत्ते असीं लैस सप्लाई करते हैं, मोर रेट के उत्ते मोर सप्लाई करते हैं, दैट्स वाई फ्रॉम लैफ्ट टू राइट दिस इज़ द अपवर्ड स्लोपिंग। डिटर्मिनेशन ऑफ फॉरेन एक्सचेंज, दिस इज़ नॉट इन योर सिलेबस। नाउ दिस इज़ ऑल्सो नॉट इन योर सिलेबस। नाउ कम टू द फॉरेन एक्सचेंज मार्केट। फॉरेन एक्सचेंज मार्केट किहड़ी हुंदी है, जिथे असीं गुड्स एंड सर्विसिज ट्रांसफर करते हैं, लैन देन हो रहा हुंदा, बहुत सारे बायर्स बहुत सारे सैलर्स होंदे, जदों उत्थे इंटरैक्शन हुंदी है। सिमिलरली वी आर हैविंग द फॉरेन एक्सचेंज मार्केट वेयर फॉरेन करंसीज आर बॉट एंड सोल्ड, तो उत्थे साढ़े कोले बहुत सारे इंडिविजुअल्स, फर्म्स, फॉरेन एक्सचेंज ब्रोकर्स, कमर्शियल बैंक्स जिहड़ियां इंटरैक्ट करदियां एक दूसरे नूं, सो दैट कि असीं बाइंग सैलिंग कर लीए। दिस इज़ नॉट अ पर्टिकुलर प्लेस जिथे भी ये ट्रांजैक्शनस हो रही हैं ऑनलाइन और ऑफलाइन, तो साढ़े कोले उत्थे उही जगह साढ़े कोले जिथे भी ये ट्रेड हो रही है, जिथे भी इन्हां दी कन्वर्जन हो रही है, दैट प्लेस इज़ नोन एज द फॉरेन एक्सचेंज मार्केट। वट आर द फंक्शंस ऑफ फॉरेन एक्सचेंज मार्केट? फर्स्ट वी आर हैविंग द ट्रांसफर फंक्शन। ट्रांसफर मीनस ट्रांसफर ऑफ द ऑनरशिप। तुसीं किसी तो कोई चीज़ बाय की है तो वह तुहानूं मनी लेगा, तुहानूं वो चीज़ दे देगा, तो साढ़े कोल एक पोजैशन है जिहड़ा गुड्स का, वो ट्रांसफर हो गया। सैकेंड आ गया क्रेडिट फंक्शन,
ਜਦੋਂ ਅਸੀਂ ਟ੍ਰਾਂਸਫਰ ਕਰ ਰਹੇ ਹੁੰਦੇ ਹਾਂ, ਇਟ ਕੈਨ ਬੀ ਔਨ ਦਾ ਬੇਸਿਸ ਆਫ ਦ ਕੈਸ਼ ਐਂਡ ਨੋਨ ਕੈਸ਼ ਟ੍ਰਾਂਜੈਕਸ਼ਨਸ। ਅਗਰ ਅਸੀਂ ਅਦਰ ਦੈਨ ਦਾ ਕੈਸ਼ ਕਰ ਰਹੇ ਹਾਂ ਤਾਂ ਸਾਡੇ ਕੋਲ ਹੋਰ ਵੀ ਬਹੁਤ ਸਾਰੇ ਵੇਜ਼ ਹੋ ਸਕਦੇ, ਟੈਲੀਫੋਨਿਕ ਟ੍ਰਾਂਸਫਰਸ ਹੋ ਸਕਦੀਆਂ ਹੈਗੀਆਂ, ਬੈਂਕ ਟ੍ਰਾਂਸਫਰਸ ਹੋ ਸਕਦੇ ਆ, ਜਾਂ ਫੋਰਨ ਐਕਸਚੇਂਜ ਦੇ ਵਿੱਚ ਅਸੀਂ ਟ੍ਰਾਂਸਫਰਸ ਕਰ ਸਕਦੇ ਹਾਂ। ਬਟ ਸਮ ਟਾਈਮ ਕੀ ਹੁੰਦਾ ਕਿ ਵੀ ਆਰ ਨਾਟ ਹੈਵਿੰਗ ਇਨਫ ਮਨੀ, ਤਾਂ ਅਸੀਂ ਕੀ ਕਰਦੇ ਹਾਂ, ਉਸ ਔਡਰ ਪਲੇਸ ਕਰ ਦਿੰਦੇ ਹਾਂ ਕਿ ਤੁਸੀਂ ਸਾਨੂੰ ਉਹ ਕਰ ਦਿਓ। ਅਸੀਂ ਉਹਨਾਂ ਤੋਂ ਚੀਜ਼ਾਂ ਬਾਏ ਕਰ ਲਈਆਂ, ਦੈਨ ਇਨ ਬਾਈ ਗਿਵਿੰਗ ਦ ਬਿੱਲ ਆਫ ਐਕਸਚੇਂਜ ਅਸੀਂ ਉਹਨਾਂ ਤੋਂ ਕ੍ਰੈਡਿਟ ਦੇ ਉੱਤੇ ਬਾਏ ਕਰ ਲੈਂਦੇ ਹਾਂ। ਬਿੱਲ ਆਫ ਐਕਸਚੇਂਜ ਦਾ 3 ਮੰਥਸ ਦਾ ਮੈਚਿਓਰਿਟੀ ਪੀਰੀਅਡ ਹੁੰਦਾ, ਤਾਂ ਬਿੱਲ ਆਫ ਐਕਸਚੇਂਜ ਦੇ ਕੇ ਹੁਣ ਉਹ ਉਧਾਰ ਹੋ ਗਿਆ, ਪੋਜੈਸ਼ਨ ਆ ਗਿਆ ਤੁਹਾਡੇ ਕੋਲੇ ਗੁਡਸ ਦਾ, ਬਟ ਯੂ ਹੈਵ ਟੂ ਪੇ ਸਮ ਮਨੀ, ਤਾਂ ਉਹ ਕ੍ਰੈਡਿਟ ਫੰਕਸ਼ਨ ਹੋ ਗਿਆ। ਨੈਕਸਟ ਇਜ਼ ਅ ਹੈਜ਼ਿੰਗ ਫੰਕਸ਼ਨ। ਹੈਜ਼ਿੰਗ ਫੰਕਸ਼ਨ ਆਲਮੋਸਟ ਸਾਰੇ ਜਾਣੇ ਔਨਲਾਈਨ ਸ਼ੋਪਿੰਗ ਕਰਦੇ ਆ। ਔਨਲਾਈਨ ਸ਼ੋਪਿੰਗ ਕਰਦੇ ਤਾਂ ਸਾਡੇ ਕੋਲ COD ਦੀ ਐਗਜ਼ਾਮਪਲ ਅਸੀਂ ਲੈ ਸਕਦੇ ਹਾਂ, ਕੈਸ਼ ਔਨ ਡਿਲੀਵਰੀ। ਤੁਸੀਂ ਔਡਰ ਕਰ ਦਿੱਤਾ ਬਟ ਯੂ ਹੈਵਨਟ ਪੇਡ ਐਨੀ ਮਨੀ, ਠੀਕ ਹੈ, ਔਡਰ ਕੀਤਾ, ਮਨੀ ਨਹੀਂ ਪੇਮੈਂਟ ਕੀਤੀ। ਅਗਰ ਤੁਸੀਂ ਮਨੀ ਪੇ ਨਹੀਂ ਕੀਤੀ, ਸਿਰਫ ਔਡਰ ਕੀਤਾ, ਤਾਂ ਸਾਡੇ ਕੋਲ ਇੱਕ ਡੀਲ ਹੋਗੀ, ਜਿਸ ਦਿਨ ਤੁਹਾਡੇ ਕੋਲ ਸਮਾਨ ਪਹੁੰਚੇਗਾ ਉਸ ਦਿਨ ਯੂ ਹੈਵ ਟੂ ਪੇ ਦਾ ਮਨੀ, ਠੀਕ ਹੈ, ਉਸ ਦਿਨ ਤੁਸੀਂ ਮਨੀ ਪੇਮੈਂਟ ਕਰ ਰਹੇ ਹੋ। ਤਾਂ ਸਾਡੇ ਕੋਲ ਹੈਜ਼ਿੰਗ ਫੰਕਸ਼ਨ ਦੇ ਵਿੱਚ ਕੀ ਹੁੰਦਾ ਹੈ, ਸੋ ਦੈਟ ਕਿ ਸਾਡੇ ਕੋਲ ਅਸੀਂ ਜਿਹੜੇ ਫਲਕਚੁਏਸ਼ਨਸ ਇਨ ਦਾ ਅਮਾਊਂਟ ਆਫ ਡਾਲਰਸ, ਉਹਦੇ ਕਰਕੇ ਸਾਨੂੰ ਕੋਈ ਲੋਸਿਸ ਨਾ ਹੋਣ, ਅਸੀਂ ਕੀ ਕਰਦੇ ਹਾਂ, ਇੱਕ ਡੀਲ ਕਰ ਲੈਂਦੇ ਹਾਂ। ਇੱਕ ਕਰੰਟ ਡੇਟ ਦੇ ਉੱਤੇ ਅਸੀਂ ਕੋਈ ਡੀਲ ਕਰ ਰਹੇ ਹਾਂ, ਬਟ ਉਸ ਗੁਡਸ ਦਾ ਪੋਜੈਸ਼ਨ ਕਿਸੇ ਫਿਊਚਰ ਡੇਟ ਦੇ ਉੱਤੇ ਹੋਣਾ, ਐਂਡ ਅਸੀਂ ਮਨੀ ਪੇਮੈਂਟ ਵੀ ਕਿਸੇ ਫਿਊਚਰ ਡੇਟ ਦੇ ਉੱਤੇ ਕਰਨੀ ਹੈ। ਮੀਨਸ ਟ੍ਰਾਂਜੈਕਸ਼ਨ ਸਾਡੀ ਫਿਊਚਰ 'ਚ ਹੋਣੀ ਹੈ, ਬਟ ਉਸ ਨੂੰ ਅਸੀਂ ਅੱਜ ਹੀ ਡਿਟਰਮਿਨ ਕਰ ਲਿਆ ਕਿ ਅਸੀਂ ਇੰਨੀ ਅਮਾਊਂਟ ਤੁਹਾਨੂੰ ਪੇ ਕਰਨੀ ਹੈ, ਐਂਡ ਦੈਟ ਇਜ਼ ਨੋਨ ਐਜ਼ ਅ ਹੈਜ਼ਿੰਗ ਫੰਕਸ਼ਨ। ਦਿਸ ਇਜ਼ ਸਿਮਿਲਰ ਟੂ ਦ ਫਾਰਵਰਡ ਮਾਰਕੀਟ। ਹਿਓ ਵੀ ਆਰ ਹੈਵਿੰਗ ਫਾਰਵਰਡ ਮਾਰਕੀਟ। ਫਾਰਵਰਡ ਮਾਰਕੀਟ ਦੇ ਵਿੱਚ ਵੀ ਅਸੀਂ ਇਹੀ ਕੰਮ ਕਰਦੇ ਹਾਂ। ਇੱਥੇ ਸਾਡੇ ਕੋਲ ਅਸੀਂ 2 ਰੀਜ਼ਨਸ ਦੇ ਕਰਕੇ ਇਸ ਚੀਜ਼ ਨੂੰ ਕਰਦੇ ਹਾਂ, ਜਾਂ ਤਾਂ ਅਸੀਂ ਪ੍ਰੋਫਿਟ ਕਰਨਾ ਚਾਹੁੰਦੇ ਹਾਂ ਥਰੂ ਦਾ ਸਪੈਕੂਲੇਸ਼ਨ, ਸਾਨੂੰ ਘੱਟ ਪ੍ਰਾਈਸਿਸ ਪੇ ਕਰਨੀ ਪੈਣ, ਜਾਂ ਅਸੀਂ ਆਪਣੇ ਮਿਨੀਮਮ ਜਿਹੜਾ ਰਿਸਕ ਹੈ ਉਹਨੂੰ ਮਿਨੀਮਾਈਜ਼ ਕਰਨਾ ਚਾਹੁੰਦੇ ਹਾਂ। ਨੈਕਸਟ ਇਜ਼ ਅ ਸਪੋਟ ਮਾਰਕੀਟ। ਸਪੋਟ ਮਾਰਕੀਟ ਜਦੋਂ ਟ੍ਰਾਂਜੈਕਸ਼ਨਸ ਹੈ ਜਿਹੜੀਆਂ ਕਿਸੇ ਫਿਊਚਰ ਡੇਟ 'ਤੇ ਨਹੀਂ ਹੋ ਰਹੀਆਂ, ਔਨ ਸਪੋਟ ਹੋ ਰਹੀਆਂ ਹੈਗੀਆਂ, ਤਾਂ ਉਹਨੂੰ ਸਪੋਟ ਮਾਰਕੀਟ ਕਹਿੰਦੇ ਹਾਂ। ਚਾਹੇ ਅਸੀਂ ਕੈਸ਼ ਦੇ ਉੱਤੇ ਕਰ ਰਹੇ ਹਾਂ, ਚਾਹੇ ਅਸੀਂ ਕ੍ਰੈਡਿਟ ਦੇ ਉੱਤੇ ਕਰ ਰਹੇ ਹਾਂ, ਸਾਡੇ ਕੋਲ ਪੋਜੈਸ਼ਨ ਆ ਗਿਆ ਗੁਡਸ, ਬਟ ਵੀ ਹੈਵ ਟੂ ਪੇ ਦਾ ਮਨੀ ਔਨ ਦਾ ਸਪੋਟ, ਜਾਂ ਫਿਰ ਅਸੀਂ ਕ੍ਰੈਡਿਟ ਦੇ ਉੱਤੇ ਕਰਾਂਗੇ, ਬਟ ਪੋਜੈਸ਼ਨ ਆਫ ਦ ਗੁਡਸ ਐਟ ਦਾ ਸੇਮ ਟਾਈਮ, ਤਾਂ ਸਪੋਟ ਮਾਰਕੀਟ ਹੋ ਗਈ। ਅਗਰ ਕਿਸੇ ਪੋਜੈਸ਼ਨ ਫਰਦਰ ਡੇਟ ਦੇ ਉੱਤੇ ਆ ਰਿਹਾ, ਅਸੀਂ ਕੁਝ ਪੇ ਵੀ ਨਹੀਂ ਕੀਤਾ, ਤਾਂ ਸਾਡੇ ਕੋਲ ਫਾਰਵਰਡ ਮਾਰਕੀਟ ਹੋ ਜਾਏਗੀ। ਥੈਂਕ ਯੂ।